ਵਾਹਿਗੁਰੂ। ਇੱਕ ਹਲਕਾਰਾ ਜਾਵੈ ਪੇਖ ਗੁਰ ਪੁੱਛਿਆ ਹੈ, 10 ਲੱਖ ਹੋਰ ਦਿੱਲੀ ਵਿੱਚੋਂ ਚਾੜੇ ਆਇਆ। ਗੁਰੂ ਜੀ ਵਿਚਾਰਾ ਹੱਥ ਇਹਨਾਂ ਕੋ ਦਿਖਾਰਾ ਚਾਹੀਏ, ਫੜ ਕੌਣ ਸਕੇ ਸਾਨੂੰ ਆਜ਼ਾਦ ਹੀ ਰਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹਾਂ। ਗੁਰੂ ਕੇ ਪਿਆਰਿਓ, ਜਿਵੇਂ ਭੱਠਾ ਸਾਹਿਬ ਵਾਲੇ ਸਥਾਨ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਕਰਕੇ ਕਲਗੀਧਰ ਪਾਤਸ਼ਾਹ ਸਿੰਘਾਂ ਦੇ ਸਮੇਤ ਵੱਡੇ ਸਾਹਿਬਜ਼ਾਦਿਆਂ ਦੇ ਸਮੇਤ ਚਮਕੌਰ ਦੇ ਵਿੱਚ ਪਹੁੰਚਦੇ ਹਨ। ਚਮਕੌਰ ਨਗਰ ਦੇ ਵਿੱਚ ਉਹ ਕੱਚੀ ਹਵੇਲੀ, ਜਿਸ ਨੂੰ ਕੱਚੀ ਗੜੀ, ਉੱਚੇ ਥਾਂ ਦੇ ਉੱਤੇ ਉਹ ਹਵੇਲੀ ਸੀ, ਕੱਚੀ ਗੜੀ ਦਾ ਜਿਸ ਨੂੰ ਨਾਮ ਦਿੱਤਾ ਜਾਂਦਾ, ਉਸ ਹਵੇਲੀ ਦੇ ਵਿੱਚ ਮਹਾਰਾਜ ਪਹੁੰਚਦੇ ਹਨ। ਸ਼ਾਮ ਦਾ ਸਮਾਂ ਹੈ। ਉੱਥੇ ਮਹਾਰਾਜ ਸਾਹਿਬ ਜੀ ਵਾਸਤੇ ਇੱਕ ਛੋਟਾ ਜਿਹਾ ਤੰਬੂ ਵੀ ਸਿੰਘਾਂ ਵੱਲੋਂ ਲਾਇਆ ਗਿਆ ਤੇ ਸਤਿਗੁਰੂ ਸਾਹਿਬ ਜੀ ਨੇ ਉੱਥੇ ਫਿਰ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਹੈ। 7 ਪੋਹ ਦੀ ਸ਼ਾਮ ਨੂੰ, ਅੱਜ ਦੇ ਦਿਨ 7 ਪੋਹ ਦੀ ਸ਼ਾਮ ਨੂੰ ਮਹਾਰਾਜ ਸਾਹਿਬ ਜੀ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ। ਇੱਥੋਂ ਅੱਗੇ ਆਪਾਂ ਲੜੀਵਾਰ ਇਤਿਹਾਸ ਸਰਵਣ ਕਰਦੇ ਹਾਂ। ਇੱਕ ਹਲਕਾਰਾ ਜਾਵੇ ਪੇਖ ਗੁਰ ਪੁੱਛਿਆ ਹੈ। ਸਤਿਗੁਰੂ ਸਾਹਿਬ ਜੀ ਜਦੋਂ ਇਹ ਭੱਠਾ ਸਾਹਿਬ ਵਾਲੇ ਸਥਾਨ ਤੋਂ ਜੋ ਨਿਹੰਗ ਖਾਂ ਕੋਟਲੇ ਵਾਲੇ ਦੇ ਪਾਸੋਂ ਅੱਗੇ ਗਏ, ਇੱਕ ਹਲਕਾਰਾ ਜਾ ਰਿਹਾ ਸੀ। ਉਹਨੂੰ ਵੇਖ ਕੇ ਮਹਾਰਾਜ ਨੇ ਪੁੱਛਿਆ ਤਾਂ ਉਸਨੇ ਕੀ ਦੱਸਿਆ ਵੀ 10 ਲੱਖ ਹੋਰ ਦਿੱਲੀ ਵਿੱਚੋਂ ਚਾੜੇ ਆਇਆ, ਕਿ ਮਹਾਰਾਜ 10 ਲੱਖ ਜਿਹੜੀ ਫੌਜ ਹੈ ਦਿੱਲੀ ਵਿੱਚੋਂ ਹੋਰ ਚੜ ਕੇ ਆਈ ਹੈ। ਬਹੁਤ ਵੱਡੀ ਗਿਣਤੀ ਵਿੱਚ ਫੌਜ ਜਿਹੜੀ ਇਹ ਘੇਰਾ ਪਾ ਕੇ ਬੈਠੀ ਇਹ ਵੀ ਸੀ, ਤੇ 10 ਲੱਖ ਦਿੱਲੀ ਤੋਂ ਹੋਰ ਦਲ ਚੜ ਕੇ ਆਇਆ। ਗੁਰੂ ਜੀ ਵਿਚਾਰਾ ਹੱਥ ਇਹਨਾਂ ਕੋ ਦਿਖਾਰਾ ਚਾਹੀਏ। ਸਤਿਗੁਰੂ ਜੀ ਨੇ ਵਿਚਾਰ ਕੀਤੀ ਵੀ ਇਹਨਾਂ ਨੂੰ ਹੁਣ ਹੱਥ ਵਿਖਾਉਣੇ ਚਾਹੀਦੇ। ਫੜ ਕੌਣ ਸਕੇ ਸਾਨੂੰ ਆਜ਼ਾਦ ਹੀ ਰਹਾਇਆ। ਸਾਨੂੰ ਕੌਣ ਫੜ ਸਕੇਗਾ? ਅਸੀਂ ਆਜ਼ਾਦ ਹੀ ਰਹਾਂਗੇ, ਸਾਨੂੰ ਨਹੀਂ ਕੋਈ ਫੜ ਸਕਦਾ, ਕੋਈ ਗ੍ਰਿਫਤਾਰ ਨਹੀਂ ਕਰ ਸਕਦਾ। ਆਏ ਚਮਕੌਰ ਗੁਰੂ ਗੜੀ ਆਕੀ ਕਰ ਲਈ। ਚਮਕੌਰ ਨਗਰ ਦੇ ਵਿੱਚ ਮਹਾਰਾਜ ਆਏ ਤੇ ਉੱਥੇ ਉਹ ਕੱਚੀ ਗੜੀ, ਕੱਚੀ ਹਵੇਲੀ ਜਿਹੜੀ, ਉਹਦੇ ਵਿੱਚ ਸਤਿਗੁਰੂ ਜੀ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਸਮੇਤ ਆਕੀ ਹੋ ਕਰਕੇ ਬੈਠ ਗਏ ਹਨ। ਗੜੀ ਆਕੀ ਕਰ ਲਈ, ਉਹਦੇ ਦਰਵਾਜ਼ੇ ਬੰਦ ਕੀਤੇ। ਉਹ ਦੋਨਾਂ ਭਰਾਵਾਂ ਦੀ ਸਾਂਝੀ ਹਵੇਲੀ ਸੀ। ਉੱਥੇ ਮਹਾਰਾਜ ਸਾਹਿਬ ਜੀ ਨੇ ਫਿਰ ਆਪਣਾ ਪੜਾਓ ਲਾਇਆ। 7 ਪੋਹ ਦੀ ਸ਼ਾਮ ਨੂੰ ਉੱਥੇ ਪਹੁੰਚੇ ਹਨ। 40 ਸਿੰਘ ਨਾਲ ਵੱਡੇ ਸੁੱਤ ਕੋ ਮਿਲਾਇਆ। 40 ਸਿੰਘ ਹਨ ਵੱਡੇ ਸਾਹਿਬਜ਼ਾਦੇ ਨਾਲ। ਖਵਾਜਾ ਮਰਦੂਦ 10 ਲੱਖ ਫੌਜ ਲੈ ਆਇਆ। ਜਿਹੜਾ ਖਵਾਜਾ ਮਰਦੂਦ ਹੈ ਨਾ, ਇਹ ਦਿੱਲੀ ਤੋਂ ਆਇਆ ਸੀ ਤੇ 10 ਲੱਖ ਫੌਜ ਲੈ ਕੇ ਆਇਆ ਹੈ। ਪਿਛਲੀ ਵੀ ਫੌਜ ਆਏ ਤੁਰਕ ਪਹਾੜੀਏ। ਜਿਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ, ਉਹ ਤੁਰਕਾਂ ਤੇ ਪਹਾੜੀਆਂ ਦੀ ਉਹ ਪਿਛਲੀ ਫੌਜ ਜਿਹੜੀ ਮਹਾਰਾਜ ਦੇ ਪਿੱਛੇ ਆ ਰਹੀ ਸੀ, ਉਹ ਵੀ ਆ ਗਏ ਚਮਕੌਰ ਦੇ ਵਿੱਚ। ਰਾਜੇ ਰਾਣੇ ਚੜੇ ਸਭ ਹਿੰਦ ਕੋ ਲਗਾਵੇ ਲਾਜ। ਸਾਰੇ ਰਾਜੇ 22 ਧਾਰ ਦੇ ਰਾਣੇ ਉਹ ਚੜ ਕੇ ਤੇ ਹਿੰਦ ਨੂੰ ਲਾਜ ਲਾ ਰਹੇ ਆ ਤੇ ਗੁਰੂ ਸਾਹਿਬ ਜੀ ਨੂੰ ਫੜਨ ਵਾਸਤੇ ਪਿੱਛੇ ਆਏ ਆ। ਘੇਰਾ ਚਮਕੌਰ ਜਿਵੇਂ ਖੇਤੀ ਧਾਈ ਵਾੜੀਏ। ਤੇ ਚਮਕੌਰ ਨੂੰ ਇਸ ਤਰ੍ਹਾਂ ਘੇਰਾ ਪਾ ਲਿਆ ਉਹਨਾਂ ਨੇ, ਉਸ ਹਵੇਲੀ ਨੂੰ, ਉਸ ਗੜੀ ਨੂੰ, 4 ਚੁਫੇਰਿਓਂ ਪਿੰਡ ਨੂੰ ਇੰਜ ਘੇਰਾ ਪਾਇਆ ਜਿਵੇਂ ਖੇਤੀ ਦੇ ਆਲੇ ਦੁਆਲੇ ਵਾੜ ਨਹੀਂ ਕੀਤੀ ਹੁੰਦੀ। ਜ਼ਿਮੀਂਦਾਰ ਨੇ, ਕਿਸਾਨ ਨੇ ਫਸਲ ਦੀ ਰੱਖਿਆ ਵਾਸਤੇ ਆਲੇ ਦੁਆਲੇ ਵਾੜ ਕੀਤੀ ਹੁੰਦੀ, ਜਿਵੇਂ ਖੇਤੀ ਦੁਆਲੇ ਵਾੜ, ਇਸ ਤਰ੍ਹਾਂ ਚਮਕੌਰ ਦੀ ਉਸ ਗੜੀ ਦੇ ਦੁਆਲੇ ਇਹ ਫੌਜ ਹੈ ਜੋ ਲੱਖਾਂ ਦੀ ਗਿਣਤੀ ਵਿੱਚ, 10 ਲੱਖ ਤੋਂ ਵੀ ਵੱਧ, 10 ਲੱਖ ਤੇ ਦਿੱਲੀੋਂ ਚੜ ਕੇ ਆਈ ਨਾ। ਬਾਕੀ ਜਿਹੜੀ ਇਹ ਸਰਹੰਦ ਦੇ ਸੂਬੇ ਦੀ ਫੌਜ, ਲਾਹੌਰ ਦੇ ਸੂਬੇ ਦੀ ਫੌਜ, 22 ਧਾਰ ਦੇ ਰਾਜਿਆਂ ਦੀ ਫੌਜ, ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਹੈ। ਐਸਾ ਵੀ ਜ਼ਿਕਰ ਹੈ, ਕਹਿੰਦੇ ਵੀ ਜਿਵੇਂ ਸਮੁੰਦਰ ਦੇ ਇੱਕ ਛੋਟੀ ਜਿਹੀ ਕਿਸ਼ਤੀ ਹੋਵੇ ਨਾ ਤਰਦੀ, ਆਲੇ ਦੁਆਲੇ ਠਾਠਾਂ ਮਾਰਦਾ ਸਮੁੰਦਰ ਤੇ ਵਿਚਾਲੇ ਇੱਕ ਕਿਸ਼ਤੀ, ਉਹ ਗੜੀ ਇਸ ਤਰ੍ਹਾਂ ਪ੍ਰਤੀਤ ਹੁੰਦੀ ਸੀ ਜਿਵੇਂ ਵਿਚਕਾਏ ਇੱਕ ਬੇੜੀ, ਇੱਕ ਕਿਸ਼ਤੀ ਤੇ ਆਲੇ ਦੁਆਲੇ ਜਿਹੜਾ ਸਮੁੰਦਰ ਦੀ ਤਰ੍ਹਾਂ ਇਹ ਫੌਜ ਠਾਠਾਂ ਮਾਰਦਾ ਸਮੁੰਦਰ ਹੈ ਫੌਜ ਦਾ।
ਖੇਤੀ ਤਾਈਂ ਵਾੜੀਏ। ਚੰਦ ਪਰਿਵਾਰ ਸਮ ਗੁਰੂ ਜੀ ਸੁਹਾਏ ਰਹੇ। ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਸੋਭਾ ਪਾਉਂਦਾ ਹੈ, ਇਸੇ ਤਰ੍ਹਾਂ ਚੰਦਰਮਾ ਦੇ ਪਰਿਵਾਰ ਦੀ ਬਰਾਬਰ ਗੁਰੂ ਸਾਹਿਬ ਜੀ ਗਿਣਤੀ ਦੇ ਸਿੰਘਾਂ ਦੇ ਸਮੇਤ ਉਸ ਗੜੀ ਦੇ ਵਿੱਚ ਸੋਭਾ ਪਾ ਰਹੇ। ਸਿੰਘ ਚਾਰੋਂ ओर ਬੈਠੇ ਭੂਖ ਪਿਆਸ ਤਾੜੀਏ। ਉਸ ਗੜੀ ਦੇ ਚਾਰ ਛਪੇਰੇ ਸਿੰਘ ਬੈਠੇ ਹੋਏ ਆ ਤੇ ਭੁੱਖ ਪਿਆਸ ਦੇ ਸਹਿਤ ਹਨ ਸਾਰੇ ਹੀ ਸਿੰਘ। ਕਈਆਂ ਮਹੀਨਿਆਂ ਦੇ ਭੁੱਖਣ ਭਾਣੇ ਤੇ ਕਿੱਡੇ ਉਹ ਮਜ਼ਬੂਤ, ਕਿੱਡੇ ਉਹਨਾਂ ਦੇ ਹਿਰਦੇ ਤਕੜੇ, ਕਿੰਨੇ ਉਹ ਬਾਹੂਬਲੀ ਸਿੰਘ ਹਨ, ਕਿੰਨੇ ਉਹ ਤਿਆਰ ਬਰ ਤਿਆਰ ਗੁਰੂ ਕੇ ਲਾਲ। ਕਿੱਡੀ ਵੱਡੀ ਉਹਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਤਾਕਤ ਪਾਈ ਹੋਈ ਹੈ ਆਪਣੀ ਅੰਮ੍ਰਿਤ ਦੀ, ਆਪਣੀ ਬਾਣੀ ਦੀ, ਆਪਣੀ ਕਿਰਪਾ ਦੀ। ਉਹ ਭੁੱਖੇ ਪਿਆਸੇ ਸਿੰਘ ਉਸ ਗੜੀ ਵਿੱਚ ਬੈਠੇ ਹਨ ਤੇ ਮਹਾਰਾਜ ਸਾਹਿਬ ਜੀ ਨੇ 7 ਪੋਹ ਦੀ ਸ਼ਾਮ ਨੂੰ ਉੱਥੇ ਰਹਿਰਾ ਸਾਹਿਬ ਜੀ ਦਾ ਜਾਪ ਕੀਤਾ, ਜਿਹਦਾ ਜ਼ਿਕਰ ਜੋਗੀ ਅੱਲਾ ਯਾਰ ਖਾਨ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਇਸ ਤਰ੍ਹਾਂ ਕੀਤਾ। ਉਹ ਕਹਿੰਦਾ ਹੈ, जब 1.5 घड़ी रात गई जिक्रे खुदा में खैमे से निकले आए सरकार हवा में। खैमा नाम है तंबू का, छोटे ਜਿਹੇ तंबू ਦੇ ਵਿੱਚ ਮਹਾਰਾਜ ਉੱਥੇ 1.5 ਘੜੀ ਤੱਕ 24 ਮਿੰਟ ਦੀ ਘੜੀ ਹੁੰਦੀ ਹੈ ਵੀ ਖੁਦਾ ਦਾ ਜ਼ਿਕਰ ਕੀਤਾ, ਭਾਵ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਸੰਧਿਆ ਵੇਲੇ 7 ਪੋਹ ਦੀ ਸ਼ਾਮ। जब 1.5 घड़ी रात गई जिक्रे खुदा में खैमे से निकले आए सरकार हवा में। कदमों से टहलते थे मगर दिल था दुआ में। बोले ऐ खुदावंद खुश हूं तेरी रजा में। करतार से कहते थे गोया रूबरू होकर कल जाऊंगा चमकौर से मैं सुरखरू होकर। कहते करतार नाल गल्लां करदे पए सी भी कल नूं मैं इत्थों चमकौर दी गड़ी विचों सुरखरू हो करके जावांगा, अपने पुत शहीद करवा के, अपने साहबजादे कुर्बान करके। गरीब नवाज सच्चे पातशाह गड़ी दे विच हन। 7 पोह दी रात बतीत होई है ते 8 पोह दा दिन चढ़िया है, सूरज दा चढ़ा होया है। 4 चपेरे घेरा पिया है, दूर तक जिथों तक निगाह जांदी फौज ही फौज है। गोली तीर काड़ काड़ चलदे जवाना मारे ते बाहरों भी हमला किया जा रहा गड़ी दे विच ते अंदरले सिंह भी फिर तीर चलाउंदे आ, गोलियां चलाउंदे हन। फौज हल्ले कर धावे पापी जो विगाड़िए। फौज हल्ला करके आउंदी है गड़ी वाल नूं, पर अगले पासियों सिंह तीर छड्ड के कलगीधर पातशाह तीर चलाउंदे हन। एक एक सिंह भेज 1.25 लाख साथ लड़े। इत्थे फिर महाराज ने 8 पोह वाले दिन ਉਹ बचन पूरे किए ਜਿਹੜੇ कदी अमृत छका के आखिया सी 1.25 लाख से एक लड़ाऊं तबै गोबिंद सिंह नाम कहा। ये वचन जिनकी जात वर्ण कुल माही सरदारी ना भई कदाही तिन्ही को सरदार बनाऊं तबै गोबिंद सिंह नाम कहा। ये सरदारियां दित्तियां धन श्री गुरु गोबिंद सिंह साहब महाराज ने। एक एक सिंह भेज के 1.25 लाख नाल लड़ाया। एक एक सिंह भेज 1.25 लाख साथ लड़े। मार के हजारां ताई तन ताज जाया। हजारां नूं मारदा गुरु का एक एक लाल ते फिर पुरजा पुरजा कट के शहीद हो जाता है। आलम सिंह बचित्र सिंह आद सिंह सूरे सब। भाई बचित्र सिंह जी पिछे शहीद हो चुके सन, भाई आलम सिंह जी आदिक सिंह इत्थे शहीद होए। कई लख मार हो शहीद समुदाया। कई लखां नूं मार के शहीद होए। प्यारे मोकम सिंह कीया जंग मारे बहु। प्यारे मोकम सिंह जी 5 प्यारियां विच उन्हां ने भी बहुता जंग कीता ते बहुतियां नूं मारिया। सतगुरु जोत विच मिले तन लाया। सतगुरु जी दी जोत दे विच जोत मिल गई, शहीद हो गए प्यारे मोकम सिंह। इस तरह महाराज साहब जी ने ਸਿੰਘਾਂ ਦੇ ਜਥੇ ਭੇਜ ਭੇਜ ਕੇ ਤੇ ਇਸ ਫੌਜ ਦੇ ਨਾਲ ਜੰਗ ਕਰਾਇਆ ਉਸ ਗੜੀ ਦੇ ਵਿੱਚੋਂ। ਭਾਈ ਹਿੰਮਤ ਸਿੰਘ ਜੀ ਹਿੰਮਤ ਦਿਖਾਈ ਬਹੁ। ਪਿਆਰੇ ਹਿੰਮਤ ਸਿੰਘ ਜੀ ਨੇ 5 ਪਿਆਰਿਆਂ ਵਿੱਚੋਂ ਸਨ, ਉਹਨਾਂ ਨੇ ਬਹੁਤੀ ਹਿੰਮਤ ਵਿਖਾਈ। ਕਈ ਉਮਰਾਵ ਮਾਰੇ ਜੋਤ ਰਲੇ ਜਾਇਆ।
ਉਹਨਾਂ ਨੇ ਬਹੁਤੀ ਫੌਜ ਨੂੰ ਮਾਰਦਿਆਂ ਕਈ ਜਿਹੜੇ ਫੌਜਦਾਰ ਸੀ, ਵੱਡੇ ਜਰਨੈਲ ਸੀ ਉਮਰਾਵ, ਉਹਨਾਂ ਨੂੰ ਮਾਰਿਆ ਤੇ ਗੁਰੂ ਜੋਤ ਵਿੱਚ ਰਲ ਗਏ ਸ਼ਹੀਦ ਹੋ ਕੇ। ਸਾਹਿਬ ਸਿੰਘ ਸੂਰਬੀਰ ਲੱਖਾਂ ਹੀ ਖਪਾਏ ਦਲ। ਪੰਜਾਂ ਪਿਆਰਿਆਂ ਵਿੱਚੋਂ ਜੋ ਪੰਜਵੇਂ ਪਿਆਰੇ ਸੀ, ਪਿਆਰੇ ਸਾਹਿਬ ਸਿੰਘ ਸੂਰਬੀਰ, ਉਹਨਾਂ ਨੇ ਲੱਖਾਂ ਹੀ ਇਹ ਫੌਜ ਨੂੰ ਖਪਾ ਦਿੱਤਾ ਹੈ। ਪਾਏ ਗਏ ਸ਼ਹੀਦੀ ਤਿੰਨ ਪਿਆਰੇ ਸਥਾਇਆ। ਇਹ 8 ਪੋਹ ਵਾਲੇ ਦਿਨ ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਇੱਥੇ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪਾ ਗਏ। 32 ਸਿੰਘ ਜੰਗ ਕੀਆ ਸਨਮੁਖ ਸੀਸ ਦਿਆ। 32 ਸਿੰਘਾਂ ਨੇ ਇਸ ਤਰ੍ਹਾਂ ਜੰਗ ਕੀਤਾ ਤੇ ਸਾਹਮਣੇ ਹੋ ਕਰਕੇ ਆਪਣਾ ਸੀਸ ਕੁਰਬਾਨ ਕੀਤਾ, ਸ਼ਹੀਦੀਆਂ ਪਾਈਆਂ। ਦੁਸ਼ਟ ਅਨੇਕ ਮਾਰੇ ਫਤਿਹ ਕੋ ਗਜਾਇਆ। ਅਨੇਕਾਂ ਦੁਸ਼ਟ ਮਾਰੇ ਤੇ ਫਤਿਹ ਨੂੰ ਗਜਾ ਗਏ ਗੁਰੂ ਕੇ ਲਾਲ। ਦੁਸ਼ਟ ਅਨੇਕ ਮਾਰੇ ਫਤਿਹ ਕੋ ਗਜਾਇਆ। ਆਗਿਆ ਅਜੀਤ ਸਿੰਘ ਪਾਏ ਗੁਰਦੇਵ ਜੀ ਕੀ। ਫਿਰ ਬਾਬਾ ਅਜੀਤ ਸਿੰਘ ਜੀ ਆਏ ਸਾਹਮਣੇ, ਉਹਨਾਂ ਨੇ ਵੀ ਗੁਰੂ ਦੇਵ ਜੀ ਦੀ ਆਗਿਆ ਪਾਈ ਕਿ ਸਤਿਗੁਰੂ ਜੀ, ਜਿੱਥੇ ਮੇਰੇ ਭਰਾ ਸਿੰਘ ਸ਼ਹੀਦ ਹੋ ਰਹੇ ਹਨ ਉੱਥੇ ਮੇਰੀ ਕੰਡ ਤੇ ਵੀ ਥਾਪੜਾ ਲਾਓ ਤੇ ਮੈਨੂੰ ਵੀ ਮੈਦਾਨੇ ਜੰਗ ਦੇ ਵਿੱਚ ਜੂਝਣ ਦੀ ਆਗਿਆ ਦਿਓ। ਸਤਿਗੁਰੂ ਜੀ ਨੇ ਆਪ ਪਿਆਰ ਕੀਤਾ, ਥਾਪੜਾ ਦਿੱਤਾ ਤੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਤੋਰਿਆ। ਕਿਸੇ ਗੁਰਮੁਖ ਨੇ ਲਿਖਿਆ ਹੈ कि बाबा जी ने आख्या, नाम का अजीत हूं जीता नहीं जाऊंगा, अगर जीता गया तो जीता वापस नहीं आऊंगा। ऐसे बाबा अजीत सिंह जी वो ਸਿੰਘਾਂ ਦੇ ਜਥੇ ਸਮੇਤ ਇਸ ਜੰਗ ਦੇ ਵਿੱਚ ਗਏ। 1.25 ਲੱਖ ਮਾਰੇ ਕੀਆ ਜੰਗ ਜੋ ਸਵਾਇਆ। ਤੇ ਉਹ ਬਚਨ ਕਲਗੀਧਰ ਪਿਤਾ ਜੀ ਦਾ ਪੂਰਾ ਕਰਦਿਆਂ ਹੋਇਆਂ 1.25 ਲੱਖ ਸੇਕ ਲੜਾਉਂ, ਉਹ ਬਚਨ ਪੂਰਾ ਕਰਦਿਆਂ ਹੋਇਆਂ ਕਈਆਂ ਨੂੰ ਮਾਰ ਕੇ ਦੋਏ ਉਮਰਾਵ ਮਾਰੇ ਜੰਗ ਸਾਰਾ ਦਿਨ ਕੀਆ। ਸਾਰਾ ਦਿਨ ਜੰਗ ਕਰਦੇ ਰਹੇ ਬਾਬਾ ਅਜੀਤ ਸਿੰਘ ਜੀ। 2 ਵੱਡੇ ਫੌਜਦਾਰ ਮਾਰੇ ਉਮਰਾਵ ਤੇ ਹੋਰ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਫਤਿਹ ਕਿਉ ਗਜਾਏ ਭੇ ਸ਼ਹੀਦ ਗੁਰ ਜਾਇਆ। ਗੁਰੂ ਜੀ ਦੇ ਜਾਏ ਹੋਏ ਗੁਰੂ ਕੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਦੋਂ ਐਨ ਸਰੀਰ ਪੁਰਜਾ ਪੁਰਜਾ ਹੋ ਗਿਆ, ਬਹੁਤੇ ਤੀਰ ਵੱਜੇ ਛਾਤੀ ਦੇ ਵਿੱਚ ਤੇ ਅਖੀਰ ਧਰਤੀ ਤੇ ਡਿੱਗਣ ਤੋਂ ਪਹਿਲਾਂ ਅਟਾਰੀ ਵਿੱਚ ਉੱਚੀ ਥਾਂ ਤੇ ਖਲੋ ਕੇ ਪਿਤਾ ਗੁਰਦੇਵ ਜੀ ਤੀਰ ਚਲਾ ਰਹੇ ਸੀ, ਵੇਖ ਰਹੇ ਸੀ ਪੁੱਤਰ ਨੂੰ ਸ਼ਹੀਦ ਹੁੰਦਾ। ਪਿਤਾ ਜੀ ਵੱਲੇ ਚਿਹਰਾ ਕਰਕੇ ਤੇ ਹੱਥ ਜੋੜ ਕੇ ਫਤਿਹ ਗਜਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਸ਼ਹੀਦ ਹੋ ਗਿਆ ਏ ਤੇ ਕਲਗੀਧਰ ਪਾਤਸ਼ਾਹ ਮੁਖ ਤੋਂ ਕਹਿ ਰਹੇ ਆ ਵੀ ਜਿਸ ਕੀ ਬਸਤ ਤੇ ਸਿਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਤੇ ਖੁਸ਼ੀਆਂ ਦੇ ਜਕਾਰੇ ਬੁਲਾ ਰਹੇ ਹਨ। ਵਾਹਿਗੁਰੂ ਦੇ ਭਾਣੇ ਨੂੰ ਪ੍ਰਸੰਨ ਚਿੱਤ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ ਦੀ ਅਵਸਥਾ ਦੇ ਵਿੱਚ ਜਕਾਰੇ ਬੁਲਾ ਰਹੇ ਹਨ। ਸ੍ਰੀ ਜੁਝਾਰ ਸਿੰਘ ਜੀ 11 ਸਾਲ ਦੀ ਉਮਰ ਜਿਸ, ਪਿਤਾ ਪਾਸੋਂ ਆਗਿਆ ਸੇ ਜੰਗ ਘੋਰ ਚਾਵਦੇ। ਫਿਰ ਦੂਸਰਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਏ। ਤੋ ਇੱਥੇ ਮਹਾਂਪੁਰਖਾਂ ਨੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ 11 ਸਾਲ ਦੀ ਉਮਰ ਦੱਸੀ ਹੈ ਬਾਬਾ ਜੀ ਦੀ। ਉਂਝ ਕਈਆਂ ਇਤਿਹਾਸਕਾਰਾਂ ਨੇ 14 ਸਾਲ ਦੀ ਉਮਰ ਦੱਸੀ ਹੈ ਕਿ ਬਾਬਾ ਜੀ ਦੀ 14 ਸਾਲ ਦੀ ਉਮਰ ਸੀ। ਇਹ ਵੱਖ-ਵੱਖ ਵੇਰਵਾ ਹੈ ਬਾਬਾ ਜੁਝਾਰ ਸਿੰਘ ਜੀ ਦੀ ਸਰੀਰ ਕਾਰਬਲਾ ਦਾ। ਉਹ ਸਾਹਮਣੇ ਆਏ ਹਨ ਤੇ ਉੱਚਾ ਦਮਾਲਾ ਸਜਾਇਆ ਹੋਇਆ ਕਿ ਕਿਤੇ ਪਿਤਾ ਜੀ ਕਹਿ ਨਾ ਦੇਣ ਵੀ ਜੁਝਾਰ ਸਿੰਘਾ ਤੇਰੀ ਉਮਰ ਛੋਟੀ ਹੈ ਤੇ ਤੈਨੂੰ ਮੈਦਾਨੀ ਜੰਗ ਵਿੱਚ ਨਹੀਂ ਜਾਣ ਦੇਣਾ। ਜਿੱਥੇ ਆ ਕੇ ਪਿਤਾ ਜੀ ਦੇ ਸਾਹਮਣੇ ਖਲੋਤੇ, ਉੱਚਾ ਦਮਾਲਾ ਸਜਾ ਕਰਕੇ ਉੱਥੇ ਪਿਤਾ ਜੀ ਦੇ ਸਾਹਮਣੇ ਹੋ ਕੇ ਖਲੋਤੇ। ਪਿਤਾ ਪਾਸੋਂ ਆਗਿਆ ਸੇ ਜੰਗ ਘੋਰ ਚਾਵਦੇ। ਤੇ ਪਿਤਾ ਜੀ ਦੇ ਪਾਸੋਂ ਬੇਨਤੀ ਕਰਕੇ ਕਹਿੰਦੇ ਵੀ ਜਿਵੇਂ ਬਾਕੀ ਸਿੰਘ ਸ਼ਹੀਦ ਹੋ ਰਹੇ ਆ, ਵੱਡਾ ਵੀਰ ਅਜੀਤ ਸਿੰਘ ਸ਼ਹੀਦ ਹੋ ਗਿਆ, ਪਿਤਾ ਜੀ ਮੈਨੂੰ ਵੀ ਆਗਿਆ ਦਿਓ ਤੇ ਮੈਂ ਵੀ ਮੈਦਾਨੇ ਜੰਗ ਵਿੱਚ ਜਾਵਾਂ। ਤੇ ਕਲਗੀਧਰ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ ਹੈ, ਆਪਣੇ ਕਮਰ ਕੱਸੇ ਦਾ ਸ਼ਸਤਰ ਦਿੱਤਾ ਹੈ ਆਪਣੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੂੰ। ਸਿੰਘਾਂ ਦੇ ਜਥੇ ਨਾਲ ਇਸ ਜੰਗ ਦੇ ਵਿੱਚ ਤੋਰਿਆ। ਬਾਬਾ ਜੁਝਾਰ ਸਿੰਘ ਜੀ ਫਿਰ ਐਸੀ ਲੜਾਈ ਲੜੀ, ਮੁਗਲ ਪਠਾਨ ਸਾਰੇ ਤੁਰਕਾਂ ਦੇ ਦਲ ਹਾਰੇ। ਮੁਗਲ ਤੇ ਪਠਾਨ ਤੁਰਕਾਂ ਦੇ ਦਲ ਸਭ ਹਾਰ ਗਏ।
ਮੁੱਖ ਵਿੱਚ ਘਾਸ ਲੈ ਕੇ ਯਾ ਅੱਲਾ ਗਾਵਦੇ। ਉਹ ਕਹਿੰਦੇ ਆ ਛੋਟਾ ਜਿਹਾ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਇੰਨੀ ਤੇਜ਼ ਤਲਵਾਰ ਚਲਾਉਂਦਾ ਹੈ। ਇਹ ਗੁਰੂ ਕਾ ਸਾਹਿਬਜ਼ਾਦਾ ਤਲਵਾਰ ਕੀ ਸਾਡੇ ਤੇ ਚਲਾਉਂਦਾ ਹੈ? ਇਹ ਤਾਂ ਖੁਦਾ ਦੀ ਕਰੋਪੀ ਹੋ ਗਈ ਹੈ ਸਾਡੇ ਤੇ। ਯਾ ਅੱਲਾ ਕਹਿੰਦੇ ਹਨ। ਕਈ ਉਮਰਾਬ ਮਾਰੇ ਹੌਸਲਾ ਉਚੇਰਾ ਧਾਰੇ। ਵੱਡਾ ਉੱਚਾ ਹੌਸਲਾ ਰੱਖ ਕੇ ਕੁੱਦ ਕੁੱਦ ਕੇ ਪੈਂਦੇ ਆ, ਚੁੰਗੀਆਂ ਮਾਰ ਮਾਰ ਕੇ ਆਊ ਲਾਈ ਜਾਂਦੇ ਬਾਬਾ ਜੁਝਾਰ ਸਿੰਘ ਜੀ। ਤੇ ਆਖਰਕਾਰ ਕਿੰਨਾ ਕੁ ਚਿਰ ਲੜ ਸਕਦੇ ਸਨ। ਲੜਦਿਆਂ ਤੇ ਫਿਰ ਬਾਬਾ ਜੀ ਨੇ ਚਾਰ ਛਪੇਰਿਓਂ ਘੇਰਾ ਪੈ ਜਾਣਾ, ਬਹੁਤੇ ਸ਼ਸਤਰ ਵੱਜਣੇ ਤੇ ਛਾਤੀ ਦੇ ਵਿੱਚ ਸ਼ਸਤਰ ਖਾ ਕੇ, ਸ਼ਸਤਰਾਂ ਦੇ ਵਾਰ ਖਾ ਕੇ ਹੋ ਗਏ ਸ਼ਹੀਦ ਗੁਰ ਫਤਿਹ ਕੋ ਗੁਲਾਮ ਦੇ। ਆਖਰ ਸ਼ਹੀਦ ਹੋ ਗਏ ਤੇ ਗੁਰੂ ਪਿਤਾ ਜੀ ਨੂੰ ਆਖਰੀ ਫਤਿਹ ਬੁਲਾ ਦਿੱਤੀ ਬਾਬਾ ਜੁਝਾਰ ਸਿੰਘ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਤਿਆਰ ਭਏ ਸ਼ੁਕਰ ਕਰਤਾਰ ਕੈ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਰਤਾਰ ਦਾ ਸ਼ੁਕਰ ਕੀਤਾ। ਜਿਸ ਕੀ ਅਮਾਨਤ ਸੰਭਾਲੀ ਤੇ ਸੁਭਾਵ ਦੇ। ਕਹਿੰਦੇ ਜਿਸ ਕਰਤਾਰ ਦੀ ਅਮਾਨਤ ਸੀ ਅਕਾਲ ਪੁਰਖ ਵਾਹਿਗੁਰੂ ਦੇ, ਇਹ ਸਾਹਿਬਜ਼ਾਦੇ ਉਸੇ ਨੇ ਦਿੱਤੇ ਸੀ ਤੇ ਉਹਦੀ ਅਮਾਨਤ ਸੀ, ਉਹਦੇ ਚਰਨਾਂ ਵਿੱਚ ਪਹੁੰਚ ਗਈ ਹੈ। ਜਿਹੜੀ ਅਰਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ 8 ਪੋਹ ਦੀ ਰਾਤ ਨੂੰ ਕੀਤੀ ਹੈ ਨਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬਾਕੀ ਸਿੰਘਾਂ ਦੀ ਸ਼ਹਾਦਤ ਤੋਂ ਮਗਰੋਂ 8 ਪੋਹ ਦੀ ਰਾਤ ਨੂੰ ਉਹ ਕੋਈ ਵੀ ਕਰ ਨਹੀਂ ਸਕਿਆ। ਸਤਿਗੁਰੂ ਜੀ ਨੇ 9 ਪਾਤਸ਼ਾਹੀਆਂ ਨੂੰ ਸਿਮਰਿਆ ਤੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਖਾਲਸੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਤੇ ਖਾਲਸੇ ਤੋਂ ਆਪ ਅੰਮ੍ਰਿਤ ਛਕਿਆ ਸੀ ਤੇ ਖਾਲਸੇ ਨੇ ਬਚਨ ਕੀਤਾ ਸੀ ਵੀ ਤੁਸੀਂ ਕੀ ਭੇਟਾ ਦਿਓਗੇ। ਖਾਲਸੇ ਨਾਲ ਵਾਅਦਾ ਕੀਤਾ ਸੀ ਉਸ ਵੇਲੇ ਵੀ ਛੋਟੀ ਉਮਰ ਦੇ ਵਿੱਚ ਪਿਤਾ ਕੁਰਬਾਨ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੁੱਤਰ ਵੀ ਕੁਰਬਾਨ ਕਰਾਂਗੇ। ਤੇ ਉਹ ਜਿਹੜਾ ਖਾਲਸੇ ਨਾਲ ਕੀਤਾ ਹੋਇਆ ਵਾਅਦਾ ਸੀ ਉਹਦੇ ਤੇ ਫੁੱਲ ਚੜਾਉਂਦਿਆਂ ਹੋਏ ਆ ਧਰਮ ਤੋਂ, ਸੱਚ ਤੋਂ, ਕੌਮ ਤੋਂ ਆਪ ਜੀ ਦੀ ਬਖਸ਼ੀ ਹੋਈ ਇਹ ਇਮਾਨਤ। ਸਾਹਿਬਜ਼ਾਦੇ ਵੀ ਵੱਡੇ ਸਾਹਿਬਜ਼ਾਦੇ ਅੱਜ ਕੁਰਬਾਨ ਹੋ ਗਏ, ਤੁਹਾਡੇ ਚਰਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਹੁੰਚ ਗਏ। ਤੇ ਅੱਜ ਤੋਂ 5 ਦਿਨਾਂ ਬਾਅਦ ਛੋਟੇ ਲਾਲ ਵੀ ਤੇ ਮਾਤਾ ਜੀ ਵੀ ਆਪ ਜੀ ਦੇ ਚਰਨਾਂ ਵਿੱਚ ਪਹੁੰਚ ਜਾਣਗੇ। ਤੇ ਖਾਲਸੇ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ, ਆਪ ਜੀ ਦੀ ਇਮਾਨਤ ਆਪ ਜੀ ਦੇ ਚਰਨਾਂ ਵਿੱਚ ਪਹੁੰਚਾ ਕਰਕੇ ਮੈਂ ਸੁਰਖਰੂ ਹੋ ਜਾਵਾਂਗਾ। ਐਸੀ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕੀਤੀ। ਅਰਦਾਸਾਂ ਤੇ ਸਾਰੀ ਦੁਨੀਆ ਹੀ ਰੋਜ਼ ਕਰਦੀ ਤੇ ਕਰਵਾਉਂਦੀ ਹੈ, ਪਰ ਇਹੋ ਜਿਹੀ ਅਰਦਾਸ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰੇਗਾ ਜਿਹੜੀ ਅਰਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਵੀ ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਥ ਹੈ। ਸੱਚ ਤੋਂ ਕੁਰਬਾਨ ਹੋਣਾ, ਧਰਮ ਤੋਂ ਕੁਰਬਾਨ ਹੋਣਾ। ਤੇ ਫਿਰ ਮਹਾਰਾਜ ਸਾਹਿਬ ਜੀ 8 ਪੋਹ ਦੀ ਰਾਤ ਨੂੰ ਜੋ ਬਾਕੀ ਦੇ ਸਿੰਘ ਅੰਦਰ ਬਚੇ ਸਨ ਉਹਨਾਂ ਨਾਲ ਸਤਿਗੁਰੂ ਜੀ ਆਪ ਬਚਨ ਕਰਦੇ ਵੀ ਸਵੇਰੇ ਹੁਣ 9 ਪੋਹ ਦਾ ਦਿਨ ਚੜ੍ਹੇਗਾ ਤੇ ਅਸੀਂ ਆਪ ਜੰਗ ਕਰਾਂਗੇ। ਪਰ ਉਹ ਸਿੰਘ ਇਕੱਠੇ ਹੋ ਕਰਕੇ 5 ਸਿੰਘਾਂ ਦੇ ਰੂਪ ਵਿੱਚ ਮਹਾਰਾਜ ਨੂੰ ਬੇਨਤੀ ਕਰਦੇ ਵੀ ਮਹਾਰਾਜ ਤੁਸੀਂ ਖਾਲਸੇ ਨੂੰ ਵਡਿਆਈ ਦਿੱਤੀ ਹੈ ਤੇ ਖਾਲਸਾ ਤੁਹਾਨੂੰ ਬੇਨਤੀ ਕਰਦਾ ਹੈ ਕਿ ਤੁਹਾਨੂੰ ਇਹ ਗੜੀ ਛੱਡ ਕੇ ਜਾਣਾ ਪਵੇਗਾ। ਕਈਆਂ ਨੇ ਲਿਖਿਆ ਵੀ ਸਿੰਘਾਂ ਨੇ 5 ਸਿੰਘਾਂ ਨੇ ਮਹਾਰਾਜ ਨੂੰ ਹੁਕਮ ਕੀਤਾ। ਤੋ ਗਰੀਬ ਨਵਾਜ਼ ਨੇ ਖਾਲਸੇ ਨੂੰ ਵਡਿਆਈ ਦਿੱਤੀ ਹੈ, ਗੁਰੂ ਖਾਲਸੇ ਦੀ ਪਦਵੀ ਦਿੱਤੀ ਹੈ ਵੀ ਖਾਲਸਾ ਵੀ ਗੁਰੂ ਰੂਪ ਹੈ। ਪਰ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਨੂੰ, 5 ਸਿੰਘਾਂ ਨੇ, ਕਿ ਮਹਾਰਾਜ ਅਸੀਂ ਖਾਲਸੇ ਰੂਪ ਵਿੱਚ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਇੱਥੇ ਜੰਗ ਨਹੀਂ ਕਰੋਗੇ, ਤੁਸੀਂ ਇੱਥੇ ਸ਼ਹੀਦੀ ਨਹੀਂ ਪਾਓਗੇ। ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਤੇ ਸਾਡਾ ਕੌਮ ਦਾ, ਸਿੱਖਾਂ ਦਾ ਕੌਣ ਵਾਲੀ ਵਾਰਸ ਹੈ। ਤੇ ਮਹਾਰਾਜ ਜੇ ਤੁਸੀਂ ਇੱਥੋਂ ਚਲੇ ਜਾਂਦੇ ਹੋ ਤੇ ਸਾਡੇ ਵਰਗੇ ਦਇਆ ਸਿੰਘ ਵਰਗੇ, ਧਰਮ ਸਿੰਘ ਵਰਗੇ, ਸਾਡੇ ਵਰਗੇ ਸਿੰਘ ਹੋਰ ਤੁਸੀਂ ਹਜ਼ਾਰਾਂ ਬਣਾ ਲਓਗੇ, ਪੈਦਾ ਕਰ ਲਓਗੇ, ਪਰ ਅਸੀਂ ਸਾਰੇ ਮਿਲ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਪੈਦਾ ਕਰ ਸਕਦੇ। ਇਸ ਕਰਕੇ ਸਾਡੀ ਬੇਨਤੀ ਹੈ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ, ਜੰਗ ਛੱਡ ਕੇ ਚਲੇ ਜਾਓ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਫਿਰ ਖਾਲਸੇ ਦਾ ਬਚਨ ਨਹੀਂ ਮੋੜਿਆ ਜਾ ਸਕਦਾ ਵੀ ਅਸੀਂ ਇੱਥੋਂ ਜਾਵਾਂਗੇ। ਫਿਰ 3 ਸਿੰਘਾਂ ਨੂੰ ਨਾਲ ਲੈ ਕਰਕੇ ਤਾਰੇ ਦੀ ਸੇਧ ਰੱਖ ਕਰਕੇ ਜਕਾਰੇ ਬੁਲਾਉਂਦੇ, ਤਾੜੀ ਮਾਰ ਕੇ ਵੀ ਹਿੰਦੇ ਪੀਰ ਮੇਰ ਵੱਧ,
ਵੀ ਹਿੰਦ ਦਾ ਪੀਰ ਉਹ ਕਹਿੰਦੇ ਸੀ ਮਹਾਰਾਜ ਨੂੰ, ਸਤਿਗੁਰੂ ਕਹਿੰਦੇ ਹਿੰਦ ਦਾ ਪੀਰ ਜਾ ਰਿਹਾ ਜੀ, ਜਿਹਨੇ ਫੜਨਾ ਫੜ ਲਓ। ਤੋ ਕਲਗੀਧਰ ਪਾਤਸ਼ਾਹ ਜੀ ਦੀਆਂ ਐਸੀਆਂ ਕੁਰਬਾਨੀਆਂ। ਇਹ 8 ਪੋਹ ਨੂੰ 1704 ਈਸਵੀ ਸਨ ਤੇ 1761 ਬਿਕਰਮੀ ਸੰਮਤ 8 ਪੋਹ ਵਾਲੇ ਦਿਨ ਵੱਡੇ ਸਾਹਿਬਜ਼ਾਦੇ 5 ਪਿਆਰਿਆਂ ਚੋਂ 3 ਪਿਆਰੇ ਤੇ ਬਾਕੀ ਸਿੰਘ ਸ਼ਹੀਦ ਹੋਏ। ਕੁਝ ਸਿੰਘ ਜਿਹੜੇ ਬਾਕੀ ਬਚੇ ਹਨ ਗੜੀ ਦੇ ਵਿੱਚ, ਉਹ 9 ਪੋਹ ਦੀ ਜੰਗ ਨੂੰ ਫਿਰ ਸ਼ਹੀਦ ਹੁੰਦੇ ਹਨ। 8 ਪੋਹ ਦੀ ਰਾਤ ਨੂੰ ਕਲਗੀਧਰ ਪਿਤਾ ਜੀ ਇਹ ਗੜੀ ਛੱਡਦੇ ਹਨ। ਬਾਕੀ ਦਾ ਇਤਿਹਾਸ ਅੱਗੇ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।